ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਵੀਡੀਓ ਦੀ ਸ਼ੁਰੂਆਤ ਇਸ ਅਰਦਾਸ ਨਾਲ ਕਰਦੇ ਹਾਂ ਕਿ ਤੁਸੀਂ ਸਾਰੇ ਇਸ ਵਾਰ ਵਧੀਆ ਨੰਬਰ ਲੈ ਕੇ ਟੈਟ ਪਾਸ ਕਰੋਗੇ। ਸਕਰੀਨ ਤੇ ਸਭ ਤੋਂ ਪਹਿਲਾ ਪ੍ਰਸ਼ਨ ਤੁਹਾਡੇ ਸਾਹਮਣੇ ਹੈ ਜੀ। ਹੇਠ ਲਿਖਿਆਂ ਵਿੱਚੋਂ ਸਭ ਤੋਂ ਛੋਟਾ ਮਹਾਸਾਗਰ ਕਿਹੜਾ ਹੈ? ਆਪਸ਼ਨ ਨੇ ਹਿੰਦ ਮਹਾਸਾਗਰ, ਸ਼ਾਂਤ ਮਹਾਸਾਗਰ, ਅਰਧ ਮਹਾਸਾਗਰ, ਆਰਕਟਿਕ ਮਹਾਸਾਗਰ। ਮਹਾਸਾਗਰਾਂ ਨੂੰ ਜਦੋਂ ਅਸੀਂ ਛੋਟੇ ਤੋਂ ਵੱਡੀ ਤਰਤੀਬ ਦੇ ਵਿੱਚ ਰੱਖਦੇ ਹਾਂ ਤੇ ਸਭ ਤੋਂ ਪਹਿਲਾਂ ਆਉਂਦਾ ਹੈ ਜੀ ਆਰਕਟਿਕ ਮਹਾਸਾਗਰ, ਉਸ ਤੋਂ ਬਾਅਦ ਦੱਖਣੀ ਮਹਾਸਾਗਰ, ਉਸ ਤੋਂ ਬਾਅਦ ਹਿੰਦ ਮਹਾਸਾਗਰ, ਫਿਰ ਅੰਧ ਮਹਾਸਾਗਰ ਤੇ ਸਭ ਤੋਂ ਵੱਡਾ ਹੁੰਦਾ ਹੈ ਸ਼ਾਂਤ ਮਹਾਸਾਗਰ। ਇੱਥੇ ਸਭ ਤੋਂ ਛੋਟਾ ਪੁੱਛਿਆ ਗਿਆ ਹੈ, ਇਹਦਾ ਸਹੀ ਜਵਾਬ ਹੋਏਗਾ ਆਰਕਟਿਕ ਮਹਾਸਾਗਰ। ਚੌਥਾ ਸਹੀ ਆਪਸ਼ਨ ਹੈ। ਅਗਲਾ ਪ੍ਰਸ਼ਨ ਹੈ, ਖਾਡਰ ਅਤੇ ਬਾਂਗਰ ਹੇਠ ਲਿਖੀਆਂ ਵਿੱਚੋਂ ਕਿਸ ਕਿਸਮ ਦੀ ਮਿੱਟੀ ਨਾਲ ਸੰਬੰਧਿਤ ਹੈ? ਆਪਸ਼ਨ ਹਨ ਲਾਲ ਮਿੱਟੀ, ਕਾਲੀ ਮਿੱਟੀ, ਜਲੌੜ ਮਿੱਟੀ ਜਾਂ ਮਾਰੂਥਲੀ ਮਿੱਟੀ। ਇਹ ਦੋਵੇਂ ਮਿੱਟੀਆਂ ਜਲੌੜ ਮਿੱਟੀ ਦੀ ਹੀ ਕਿਸਮ ਹਨ। ਖਾਡਰ ਮਿੱਟੀ ਜਿਹੜੀ ਹੈ ਉਹ ਨਦੀ ਦੇ ਨੇੜਲੇ ਪਾਸੇ ਹੁੰਦੀ ਹੈ ਅਤੇ ਜ਼ਿਆਦਾ ਉਪਜਾਊ ਹੁੰਦੀ ਹੈ। ਬਾਂਗਰ ਮਿੱਟੀ ਜਿਹੜੀ ਹੈ ਨਦੀ ਦੇ ਹੜ੍ਹ ਦੇ ਲੈਵਲ ਤੋਂ ਉੱਚੀ ਹੋਣ ਕਰਕੇ ਘੱਟ ਉਪਜਾਊ ਹੁੰਦੀ ਹੈ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਸੰਸਾਰ ਵਿੱਚ ਸਭ ਤੋਂ ਵੱਧ ਕੌਫੀ ਪੈਦਾ ਕਰਨ ਵਾਲੇ ਦੇਸ਼ ਦਾ ਨਾਂ ਦੱਸੋ? ਆਪਸ਼ਨ ਨੇ ਭਾਰਤ, ਚੀਨ, ਅਮਰੀਕਾ ਜਾਂ ਬ੍ਰਾਜ਼ੀਲ। ਇਹਦਾ ਸਹੀ ਜਵਾਬ ਹੈ ਜੀ ਬ੍ਰਾਜ਼ੀਲ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਪੰਜਾਬ ਵਿੱਚ ਕਣਕ ਹੇਠ ਲਿਖਿਆਂ ਵਿੱਚੋਂ ਕਿਹੜੇ ਮਹੀਨਿਆਂ ਦੌਰਾਨ ਬੀਜੀ ਜਾਂਦੀ ਹੈ? ਆਪਸ਼ਨ ਨੇ ਨਵੰਬਰ ਦਸੰਬਰ, ਮਾਰਚ ਅਪ੍ਰੈਲ, ਜੂਨ ਜੁਲਾਈ ਜਾਂ ਅਗਸਤ ਸਤੰਬਰ। ਜਿਹੜਾ ਕਣਕ ਨੂੰ ਬੀਜਣ ਦਾ ਪੰਜਾਬ ਵਿੱਚ ਬਿਲਕੁਲ ਢੁਕਵਾਂ ਸਮਾਂ ਹੈ ਉਹ ਹੁੰਦਾ ਹੈ ਪਹਿਲੇ ਨਵੰਬਰ ਤੋਂ, ਜਾਂ ਨਵੰਬਰ ਦਾ ਪਹਿਲਾ ਹਫ਼ਤਾ, ਅਸੀਂ ਕਹਿ ਸਕਦੇ ਹਾਂ ਨਵੰਬਰ ਦਸੰਬਰ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਕਿਸ ਕੁਦਰਤੀ ਆਫਤ ਨੂੰ ਉੱਤਰੀ ਅਮਰੀਕਾ ਵਿੱਚ ਹੈਰੀਕੇਨ, ਦੱਖਣੀ ਪੂਰਬੀ ਏਸ਼ੀਆ ਵਿੱਚ ਟਾਈਫੂਨ ਅਤੇ ਭਾਰਤ ਵਿੱਚ ਝੱਖੜ, ਤੂਫਾਨ ਜਾਂ ਵਾਵਰੋਲਾ ਕਿਹਾ ਜਾਂਦਾ ਹੈ? ਆਪਸ਼ਨ ਹਨ ਸੁਨਾਮੀ, ਜਵਾਲਾਮੁਖੀ, ਸੋਕਾ ਜਾਂ ਚੱਕਰਵਾਤ। ਇਹਦਾ ਸਹੀ ਜਵਾਬ ਹੈ ਜੀ ਚੱਕਰਵਾਤ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, 1857 ਈਸਵੀ ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਂ ਕੀ ਸੀ? ਆਪਸ਼ਨ ਹਨ ਮੰਗਲ ਪਾਂਡੇ, ਨਾਨਾ ਸਾਹਿਬ, ਰਾਣੀ ਲక్ష్ਮੀ ਬਾਈ ਜਾਂ ਤਾਂਤੀਆਂ ਟੋਪੇ। ਇਹ ਸਾਰੇ 1857 ਦੇ ਵਿਦਰੋਹ ਦੇ ਨਾਲ ਸੰਬੰਧ ਰੱਖਦੇ ਹਨ। ਇਹਨਾਂ ਦੇ ਵਿੱਚੋਂ ਜਿਹੜੇ ਮੰਗਲ ਪਾਂਡੇ ਜੀ ਸਨ ਉਹਨਾਂ ਦੀ ਜਿਹੜੀ ਸ਼ਹੀਦੀ ਸੀ 8 ਅਪ੍ਰੈਲ 1857 ਨੂੰ ਹੋ ਗਈ ਸੀ। ਰਾਣੀ ਲక్ష్ਮੀ ਬਾਈ ਦੀ ਸ਼ਹੀਦੀ ਜੂਨ 1858 'ਚ ਹੋਈ ਸੀ। ਨਾਨਾ ਸਾਹਿਬ ਜੀ ਨੇਪਾਲ ਚਲੇ ਗਏ ਸੀ ਅਤੇ ਤਾਂਤੀਆਂ ਟੋਪੇ 1859 ਤੱਕ ਅੰਗਰੇਜ਼ਾਂ ਨਾਲ ਗੁਰੀਲਾ ਵਾਰ ਕਰਦੇ ਰਹੇ ਸਨ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, 1911 ਈਸਵੀ ਵਿੱਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਆਪਸ਼ਨ ਹਨ ਕਲਕੱਤਾ, ਦਿੱਲੀ, ਮੁੰਬਈ ਜਾਂ ਪੱਛਮੀ ਬੰਗਾਲ। 12 ਦਸੰਬਰ 1911 ਨੂੰ ਤਤਕਾਲੀ ਸਮਰਾਟ ਜਾਰਜ ਪੰਜ ਦੁਆਰਾ ਦਿੱਲੀ ਨੂੰ ਬ੍ਰਿਟਿਸ਼ ਰਾਜ ਦੀ ਰਾਜਧਾਨੀ ਘੋਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਰਾਜਧਾਨੀ ਕਲਕੱਤਾ ਸੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। 1746 ਈਸਵੀ ਤੋਂ 1763 ਈਸਵੀ ਤੱਕ ਕਿਹੜੇ ਯੁੱਧ ਹੋਏ ਜਿਨ੍ਹਾਂ ਵਿੱਚ ਅੰਗਰੇਜ਼ ਜੇਤੂ ਰਹੇ, ਜਿਸ ਨਾਲ ਭਾਰਤ ਵਿੱਚ ਅੰਗਰੇਜ਼ੀ ਸੱਤਾ ਦਾ ਰਾਜ ਖੁੱਲ੍ਹ ਗਿਆ? ਆਪਸ਼ਨ ਹਨ ਮੈਸੂਰ ਦਾ ਯੁੱਧ, ਪਾਣੀਪਤ ਦਾ ਯੁੱਧ, ਕਰਨਾਟਕ ਦਾ ਯੁੱਧ ਜਾਂ ਬਕਸਰ ਦਾ ਯੁੱਧ। ਦਿੱਤੇ ਹੋਏ ਆਪਸ਼ਨਾਂ ਦੇ ਵਿੱਚੋਂ ਜਿਹੜਾ ਮੈਸੂਰ ਦਾ ਯੁੱਧ ਹੈ ਉਹ 1769 ਦੇ ਵਿੱਚ ਹੋਇਆ ਸੀ ਅਤੇ ਬਕਸਰ ਦੀ ਜਿਹੜਾ ਯੁੱਧ ਹੈ ਉਹ 1764 ਦੇ ਵਿੱਚ ਹੋਇਆ ਸੀ। ਪਹਿਲਾ ਅਤੇ ਚੌਥਾ ਆਪਸ਼ਨ ਤੇ ਹੋ ਨਹੀਂ ਸਕਦਾ। ਪਾਣੀਪਤ ਦਾ ਜਿਹੜਾ ਯੁੱਧ ਹੈ ਇਹ 1761 ਈਸਵੀ ਦੇ ਵਿੱਚ ਹੋਇਆ, ਪਰ ਇਹ ਮਰਾਠਿਆਂ ਅਤੇ ਅਫਗਾਨਾਂ ਦੇ ਵਿੱਚ ਹੋਇਆ ਸੀ। ਲਾਸਟ ਤੇ ਬਚਿਆ ਕਰਨਾਟਕ ਦਾ ਯੁੱਧ। ਕਰਨਾਟਕ ਦਾ ਯੁੱਧ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਦੇ ਵਿਚਕਾਰ 1746 ਤੋਂ ਲੈ ਕੇ 1764 ਈਸਵੀ ਤੱਕ ਜਿਹੜੇ ਯੁੱਧ ਹੋਏ ਉਹ ਕਰਨਾਟਕ ਦੇ ਯੁੱਧ ਸਨ। 1760 ਦੇ ਵਿੱਚ ਫਰਾਂਸੀਸੀ ਹਾਰਦੇ ਨੇ ਅਤੇ 1763 ਦੇ ਵਿੱਚ ਪੈਰਿਸ ਦੀ ਸੰਧੀ ਹੁੰਦੀ ਹੈ, ਜਿਸ ਤੋਂ ਬਾਅਦ ਫਰਾਂਸੀਸੀਆਂ ਦਾ ਭਾਰਤ 'ਤੇ ਜਿਹੜਾ ਕਬਜ਼ਾ ਕਰਨ ਦਾ ਸੁਪਨਾ ਸੀ ਉਹ ਸੁਪਨਾ ਰਹਿ ਜਾਂਦਾ ਹੈ ਅਤੇ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਜਾਂਦਾ ਹੈ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਬਕਸਰ ਦੀ ਲੜਾਈ ਕਦੋਂ ਹੋਈ? ਆਪਸ਼ਨ ਨੇ 1757, 1764, 1857 ਜਾਂ 1864। ਜਿਹੜੀ ਬਕਸਰ ਦੀ ਲੜਾਈ ਹੈ ਉਹ 1764 ਈਸਵੀ ਦੇ ਵਿੱਚ ਹੋਈ ਸੀ। ਅੰਗਰੇਜ਼ਾਂ ਦੀ ਫੌਜ ਨੂੰ ਕਲਾਈਵ ਲੀਡ ਕਰ ਰਿਹਾ ਸੀ ਅਤੇ ਨਵਾਬ ਸਰਾਜਦੌਲਾ ਜਿਹੜਾ ਅਵਧ ਦਾ ਨਵਾਬ ਸੀ ਅਤੇ ਸ਼ਾਹ ਆਲਮ ਜਿਹੜਾ ਮੁਗਲ ਸੀ ਇਹ ਇੱਕ ਪਾਸੇ ਸਨ ਅਤੇ ਦੂਸਰੇ ਪਾਸੇ ਅੰਗਰੇਜ਼ ਸਨ। ਅੰਗਰੇਜ਼ਾਂ ਨੇ ਇਹਨਾਂ ਨੂੰ ਹਰਾ ਦਿੱਤਾ, ਜਿਹਦੇ ਕਰਕੇ ਬਿਹਾਰ ਅਤੇ ਬੰਗਾਲ ਅੰਗਰੇਜ਼ਾਂ ਦੇ ਕਬਜ਼ੇ ਦੇ ਅੰਡਰ ਆ ਗਿਆ ਸੀ। ਅੱਗੇ ਹੈ ਜੀ, ਕਿਸ ਐਕਟ ਮੁਤਾਬਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਂ ਦਿੱਤਾ ਗਿਆ? ਇਸ ਐਕਟ ਦਾ ਨਾਮ ਕੀ ਸੀ? ਆਪਸ਼ਨ ਹਨ ਚਾਰਟਰ ਐਕਟ 1813, ਚਾਰਟਰ ਐਕਟ 1833, ਚਾਰਟਰ ਐਕਟ 1821 ਜਾਂ ਪਿਟਸ ਇੰਡੀਆ ਐਕਟ। ਇਹਦਾ ਸਹੀ ਜਵਾਬ ਹੈ ਜੀ ਚਾਰਟਰ ਐਕਟ 1833। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਦੇਖ ਸਕਦੇ ਹੋ। 2 ਹੰਟਰ ਕਮਿਸ਼ਨ ਬਣਾਏ ਗਏ ਨੇ। ਇਹਦੇ ਵਿੱਚ ਜਿਹੜਾ ਪਹਿਲਾ ਹੰਟਰ ਕਮਿਸ਼ਨ 1882 ਦੇ ਵਿੱਚ ਬਣਾਇਆ। ਹੰਟਰ ਕਮਿਸ਼ਨ ਨੂੰ ਲਾਰਡ ਰਿਪਨ ਨੇ ਨਿਯੁਕਤ ਕੀਤਾ ਸੀ ਸਟੇਟ ਦੇ ਵਿੱਚ ਸਿੱਖਿਆ ਦੇ ਹਾਲਾਤ ਅਤੇ ਸੁਧਾਰਾਂ ਬਾਰੇ।
ਦੂਸਰਾ ਹੰਟਰ ਕਮਿਸ਼ਨ 1919 ਦੇ ਵਿੱਚ ਜਲਿਆਂਵਾਲੇ ਬਾਗ ਦਾ ਜੋ ਖੂਨੀ ਸਾਕਾ ਸੀ ਉਹਦੀ ਇਨਵੈਸਟੀਗੇਸ਼ਨ ਵਾਸਤੇ ਬਣਾਇਆ ਸੀ। ਇੱਥੇ ਸਹੀ ਜਵਾਬ ਹੈ ਜੀ 1882। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ? ਤਾਂਬਾ, ਲੋਹਾ, ਚਾਂਦੀ ਜਾਂ ਕੋਲਾ। ਇਹਨਾਂ ਦੇ ਵਿੱਚ ਜਿਹੜਾ ਕੋਲਾ ਹੈ ਉਹ ਧਾਤੂ ਨਹੀਂ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਭਾਰਤ ਦਾ ਖੇਤਰਫਲ 3.287 ਮਿਲੀਅਨ ਕਿਲੋਮੀਟਰ ਸਕੁਏਅਰ ਹੈ। ਇੱਥੇ ਜਿਹੜਾ ਪਹਿਲਾ ਆਪਸ਼ਨ ਹੈ ਉਹ ਬਿਲਕੁਲ ਸਹੀ, 32,87,263 ਵੀ ਕਈ ਜਗ੍ਹਾ 'ਤੇ ਲਿਖਿਆ ਹੋਇਆ ਹੈ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਕਿਹੜਾ ਹੈ? ਆਪਸ਼ਨ ਨੇ ਐਥਰੇਸਾਈਟ, ਬਿਟੂਮੀਨਸ, ਲਿਗਨਾਈਟ ਜਾਂ ਪੀਟ। ਇਹਨਾਂ ਦੇ ਵਿੱਚੋਂ ਜਿਹੜਾ ਐਥਰੇਸਾਈਟ ਹੈ ਉਹ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੁੰਦਾ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ? ਆਪਸ਼ਨ ਹਨ ਔਰੰਗਜ਼ੇਬ, ਬਾਬਰ, ਅਕਬਰ ਜਾਂ ਸ਼ਾਹਜਹਾਂ। 1707 ਈਸਵੀ ਦੇ ਵਿੱਚ ਔਰੰਗਜ਼ੇਬ ਦੀ ਮੌਤ ਹੁੰਦੀ ਹੈ ਅਤੇ ਉਸ ਤੋਂ ਬਾਅਦ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਮੰਨਿਆ ਜਾਂਦਾ ਹੈ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਭਾਰਤ ਉੱਤੇ ਬਾਬਰ, ਹਮਾਯੂ, ਅਕਬਰ ਵਰਗੇ ਮੁਗਲ ਬਾਦਸ਼ਾਹਾਂ ਨੇ ਰਾਜ ਕੀਤਾ? ਆਪਸ਼ਨ ਨੇ ਮੱਧਕਾਲ, ਆਧੁਨਿਕ ਕਾਲ, ਪ੍ਰਾਚੀਨ ਕਾਲ ਜਾਂ ਸੁਨਹਿਰੀ ਕਾਲ। ਇਹਦਾ ਸਹੀ ਜਵਾਬ ਹੈ ਜੀ ਮੱਧਕਾਲ। ਆਪਸ਼ਨ 1 ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ? ਫੋਰਟ ਸੇਂਟ ਜਾਰਜ, ਫੋਰਟ ਥਾਮਸ, ਫੋਰਟ ਪ੍ਰੈਜ਼ੀਡੈਂਸੀ ਜਾਂ ਫੋਰਟ ਕੈਲੀ। ਇਹਦਾ ਸਹੀ ਜਵਾਬ ਹੈ ਫੋਰਟ ਸੇਂਟ ਜਾਰਜ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ, ਸਵਦੇਸੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ? ਆਪਸ਼ਨ ਹਨ 1904 ਪੰਜਾਬ, 1905 ਬੰਗਾਲ ਜਾਂ 1905 ਪੰਜਾਬ ਜਾਂ 1904 ਬੰਗਾਲ। ਜਿਹੜਾ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸੀ ਉਹ ਬੰਗਾਲ ਦੀ ਵੰਡ ਤੋਂ ਬਾਅਦ ਸ਼ੁਰੂ ਹੋਇਆ ਸੀ। ਇਹ 1905 ਦੇ ਵਿੱਚ ਕਲਕੱਤਾ ਸ਼ੁਰੂ ਹੋਇਆ ਸੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ, 1905 ਬੰਗਾਲ। ਅੱਗੇ ਹੈ, ਭਾਰਤ ਵਿੱਚ ਪਤਝੜ ਦੇ ਮੌਸਮ ਬਾਰੇ ਦਿੱਤੇ ਕਥਨ ABC ਨੂੰ ਦੇਖੋ ਅਤੇ ਸਹੀ ਉੱਤਰ ਚੁਣੋ। ਇਹ ਕਥਨ ਹੈ, ਇਸ ਮੌਸਮ ਨੂੰ ਦੱਖਣ ਪੱਛਮੀ ਮਾਨਸੂਨ ਮੌਸਮ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਮੌਸਮ ਵਿੱਚ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਤੋਂ ਹਵਾਵਾਂ ਧਰਤੀ ਵੱਲ ਚੱਲਦੀਆਂ ਹਨ। ਇਹ ਸੀਜ਼ਨ ਮਾਨਸੂਨ ਦੀ ਅਗੇਤੀ ਸ਼ੁਰੂਆਤ ਅਤੇ ਵਾਧੇ ਦੁਆਰਾ ਚਿੰਤਤ ਕੀਤਾ ਗਿਆ ਹੈ। ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਦੇਖੋ ਜੀ, ਜਿਹੜਾ ਦੱਖਣੀ ਪੱਛਮੀ ਮਾਨਸੂਨ ਹੈ ਇਹ ਗਰਮੀਆਂ ਵਾਲਾ ਮਾਨਸੂਨ ਹੈ। ਪਤਝੜ ਦੇ ਮੌਸਮ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈ ਅਤੇ ਇਸੇ ਮਾਨਸੂਨ ਦੇ ਵਿੱਚ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਵੱਲੋਂ ਹਵਾਵਾਂ ਧਰਤੀ ਵੱਲ ਨੂੰ ਚੱਲਦੀਆਂ ਹਨ। ਇਹਦਾ ਮਤਲਬ ABC ਇੱਥੇ ਤਿੰਨੇ ਝੂਠੇ ਹਨ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਭਾਰਤੀ ਸੰਵਿਧਾਨ ਦੀ ਧਾਰਾ ਧਾਰਾ ਅਨੁਸਾਰ ਵਿਚਾਰ ਪ੍ਰਗਟ ਕਰਨ, ਵਿਸ਼ਵਾਸ, ਉਪਾਸਨਾ ਅਤੇ ਸਮੁੱਚੇ ਭਾਰਤ ਵਿੱਚ ਘੁੰਮਣ ਫਿਰਨ ਦੀ ਸੁਤੰਤਰਤਾ ਦਿੱਤੀ ਗਈ ਹੈ? ਆਪਸ਼ਨ ਹਨ ਧਾਰਾ 14, ਧਾਰਾ 19, ਧਾਰਾ 25 ਜਾਂ ਧਾਰਾ 10। ਦੇਖੋ ਜੀ, ਜਿਹੜਾ ਸਾਡਾ ਮੌਲਿਕ ਅਧਿਕਾਰ ਹੈ ਸੁਤੰਤਰਤਾ ਦਾ ਅਧਿਕਾਰ, ਜਿਹੜਾ ਆਰਟੀਕਲ 19 ਤੋਂ 22 ਦੇ ਵਿਚਕਾਰ ਹੈ, ਇਹਦੇ ਅਨੁਸਾਰ ਸਾਨੂੰ ਇਹ ਸਾਰੀਆਂ ਆਜ਼ਾਦੀਆਂ ਮਿਲੀਆਂ ਹੋਈਆਂ ਹਨ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ ਜੀ, ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ? ਸਕਰੀਨ 'ਤੇ ਦਿੱਤੇ ਹੋਏ ਆਪਸ਼ਨ ਤੁਸੀਂ ਪੜ੍ਹ ਸਕਦੇ ਹੋ। ਇਹਦਾ ਸਹੀ ਜਵਾਬ ਹੈ ਜੀ ਰਾਸ਼ਟਰਪਤੀ ਵਿਗਿਆਨ, ਸਾਹਿਤ, ਕਲਾ, ਸਮਾਜ ਸੇਵਾ ਆਦਿ ਦੇ ਖੇਤਰਾਂ ਵਿੱਚੋਂ 12 ਮੈਂਬਰ ਰਾਜ ਸਭਾ ਦੇ ਲਈ ਨਾਮਜ਼ਦ ਕਰਦਾ ਹੈ। ਚੌਥਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ ਜੀ, ਹੇਠ ਲਿਖਿਆਂ ਵਿੱਚੋਂ ਸਿਵਲ ਮੁਕੱਦਮੇ ਕਿਸ ਨਾਲ ਸੰਬੰਧਿਤ ਹੁੰਦੇ ਹਨ? ਆਪਸ਼ਨ ਹਨ ਖਾਸ ਲੋਕਾਂ ਲਈ, ਅਫਸਰਾਂ ਲਈ, ਆਮ ਲੋਕਾਂ ਲਈ ਜਾਂ ਔਰਤਾਂ ਲਈ। ਸਿਵਲ ਮੁਕੱਦਮੇ ਆਮ ਲੋਕਾਂ ਦੇ ਪੈਸੇ ਤੋਂ ਲੜਾਈ ਜਾਂ ਪ੍ਰੋਪਰਟੀ ਦਾ ਕੋਈ ਝਗੜਾ ਇਸ ਤਰ੍ਹਾਂ ਦੇ ਹੁੰਦੇ ਹਨ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਦੇਖਦੇ ਹਾਂ ਜੀ। ਅੱਗੇ ਹੈ, ਹੇਠ ਲਿਖਿਆਂ ਵਿੱਚੋਂ 17ਵੀਂ ਸਦੀ ਤੱਕ ਕਿਹੜੀਆਂ ਸ਼ਕਤੀਆਂ ਦਾ ਭਾਰਤ ਵਿੱਚ ਪ੍ਰਭਾਵ ਘੱਟ ਹੋ ਗਿਆ ਸੀ? ਆਪਸ਼ਨ ਹਨ ਪੁਰਤਗਾਲੀ ਅਤੇ ਡੱਚ, ਫਰਾਂਸੀਸੀ ਅਤੇ ਅੰਗਰੇਜ਼, ਡੱਚ ਅਤੇ ਅੰਗਰੇਜ਼ ਜਾਂ ਫਰਾਂਸੀਸੀ ਅਤੇ ਪੁਰਤਗਾਲੀ। 17ਵੀਂ ਸਦੀ ਤੱਕ ਪੁਰਤਗਾਲੀਆਂ ਅਤੇ ਡੱਚ ਦਾ ਪ੍ਰਭਾਵ ਘੱਟ ਗਿਆ ਸੀ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ ਜੀ, ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਆਪਸ਼ਨ ਹਨ ਸਵਾਮੀ ਦਇਆਨੰਦ ਸਰਸਵਤੀ, ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ ਜਾਂ ਈਸ਼ਵਰ ਚੰਦਰ। ਇਹਦਾ ਸਹੀ ਜਵਾਬ ਹੈ ਜੀ ਸਵਾਮੀ ਵਿਵੇਕਾਨੰਦ। ਤੀਸਰਾ ਆਪਸ਼ਨ ਬਿਲਕੁਲ ਸਹੀ ਹੈ। ਅੱਗੇ ਹੈ, ਨਾਨਾ ਸਾਹਿਬ ਦੇ ਉੱਤਰਾਧਿਕਾਰੀ ਬਣਨ 'ਤੇ ਕਿਸ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ? ਆਪਸ਼ਨ ਹਨ ਲਾਰਡ ਵਿਲੀਅਮ, ਲਾਰਡ ਡਲਹੌਜੀ, ਲਾਰਡ ਕਾਰਨਵਾਲਿਸ, ਲਾਰਡ ਬੈਂਟਿਕ। ਨਾਨਾ ਸਾਹਿਬ ਪੇਸ਼ਵਾ ਬਾਜੀ ਰਾਓ II ਦੇ ਅਡਾਪਟਡ ਪੁੱਤਰ ਸਨ, ਜਿਸ ਕਰਕੇ ਲਾਰਡ ਡਲਹੌਜੀ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ,
ਰਾਜਾ ਰਾਮ ਮੋਹਨ ਰਾਏ ਨੇ ਕਿਸ ਪ੍ਰਥਾ ਨੂੰ ਖਤਮ ਕਰਨ ਲਈ ਪ੍ਰਚਾਰ ਕੀਤਾ? ਆਪਸ਼ਨ ਹਨ ਦਹੇਜ ਪ੍ਰਥਾ, ਸਤੀ ਪ੍ਰਥਾ, ਤਲਾਕ ਪ੍ਰਥਾ ਜਾਂ ਪਰਦਾ ਪ੍ਰਥਾ। ਇਹਦਾ ਸਹੀ ਜਵਾਬ ਹੈ ਜੀ ਸਤੀ ਪ੍ਰਥਾ। ਦੂਸਰਾ ਆਪਸ਼ਨ ਬਿਲਕੁਲ ਸਹੀ ਹੈ। ਅਗਲਾ ਪ੍ਰਸ਼ਨ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ, ਦੇਸ਼ ਦੀ ਸਰਕਾਰ ਸੰਵਿਧਾਨ ਅਨੁਸਾਰ ਚਲਾਈ ਜਾਂਦੀ ਹੈ। ਇਹਦਾ ਸਹੀ ਜਵਾਬ ਹੈ ਜੀ ਇਹ ਦੋਨੋਂ ਕਥਨ ਸਹੀ ਹਨ। ਪਹਿਲਾ ਆਪਸ਼ਨ ਬਿਲਕੁਲ ਸਹੀ ਹੈ। ਇਸ ਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਹੈ। ਇਸ ਤਰ੍ਹਾਂ ਦੀ ਹੋਰ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਤੁਸੀਂ ਜੋ ਵੀ ਪੜ੍ਹ ਰਹੇ ਹੋ ਉਹਨੂੰ ਵੱਧ ਤੋਂ ਵੱਧ ਰਿਪੀਟ ਕਰੋ ਅਤੇ ਯਾਦ ਕਰੋ, ਨੋਟਸ ਬਣਾ ਲਓ, ਪੇਪਰ ਤੱਕ ਡਟ ਕੇ ਤਿਆਰੀ ਕਰੋ। ਮਿਹਨਤ ਦੇ ਨਾਲ ਤੁਸੀਂ ਸਾਰੇ ਵਧੀਆ ਨੰਬਰ ਲੈ ਕੇ ਪਾਸ ਹੋਵੋਗੇ। ਧੰਨਵਾਦ।